ਸੁਣਦੇ ਰਹੋ ਰੇਡੀਓ ਪੰਜਾਬ 90.0 ਟਸ਼ਨ ਪੰਜਾਬੀ ਜਸ਼ਨ ਪੰਜਾਬੀ। ਇੱਕ ਫੀਮੇਲ ਨੂੰ ਘਰ ਦਾ ਹਰ ਬੰਦਾ, ਹਰ ਪਰਸਨੈਲਿਟੀ ਇਹੀ ਕਹਿੰਦੀ ਹੈ ਕਿ ਤੁਸੀਂ ਆਪਣਾ ਖਿਆਲ ਕਿਉਂ ਨਹੀਂ ਰੱਖਦੇ। ਲੇਕਿਨ ਮੇਰੀ ਇਹ ਰਿਕੁਐਸਟ ਹੈ ਕਿ ਕੋਈ ਉਹਨਾਂ ਦਾ ਖਿਆਲ ਰੱਖਣ ਦੇ ਲਈ ਵੀ ਤਾਂ ਹੋਣਾ ਚਾਹੀਦਾ ਹੈ ਨਾ। ਜਦੋਂ ਉਹ ਸਾਰੇ ਪਰਿਵਾਰ ਦਾ ਖਿਆਲ ਰੱਖਦੀਆਂ ਨੇ ਤੇ ਉਹਨਾਂ ਦਾ ਖਿਆਲ ਰੱਖਣ ਦੇ ਲਈ ਅਸੀਂ ਹੈ ਨਾ ਤੁਹਾਡੇ ਨਾਲ। ਸੁਣ ਰਹੇ ਹੋ ਤੁਸੀਂ ਰੇਡੀਓ ਪੰਜਾਬ, ਵੇਖ ਫਿਰ ਰਹੇ ਹੋ 90.2। ਇੱਥੇ ਆਰਜੇ ਗੀਤ ਹੈ ਤੁਹਾਡੇ ਨਾਲ ਔਰ ਮੇਰੇ ਨਾਲ जानी मानी पर्सनैलिटी, वन ऑफ माई फेवरेट एंड यस जिनसे मिलकर हमेशा अच्छा लगता है। और वी आर मीटिंग ਦੂਜੀ ਵਾਰੀ ਹੈ ਨਾ ਜੀ, ਦੂਜੀ ਵਾਰ ਪਿਆਰ ਹੋਇਆ ਸੋਹਣਿਆ ਹੈ ਨਾ। ਤੇ ਇਸ ਮੇਰੇ ਨਾਲ मैक्स सुपर स्पेशलिटी हॉस्पिटल से ऑब्स्ट्रिशियन एंड गायनोकोलॉजिस्ट श्वेता गुप्ता, डॉक्टर श्वेता गुप्ता। मैम की हाल चाल किद्दां? ਬਿਲਕੁਲ ਬਹੁਤ ਬੜੀਆ, ਬਹੁਤ ਵਧੀਆ, ਬਹੁਤ ਵਧੀਆ। ਬਹੁਤ ਵਧੀਆ ਨਾ। ਯੈਸ, ਇਹੀ ਹੋਣਾ ਚਾਹੀਦਾ ਸਾਨੂੰ ਲਾਈਫ ਦੇ ਵਿੱਚ ਵੀ। ਮੈਮ ਲਾਈਕ ਵੂਮਨਸ ਡੇ ਇਜ਼ ਕਮਿੰਗ ਔਰ ਹਰ ਸਾਲ ਅਸੀਂ ਸੈਲੀਬ੍ਰੇਟ ਕਰਨੇ ਆ ਔਰ ਸਪੈਸ਼ਲੀ ਹਰ ਸਾਲ ਤੁਸੀਂ ਵੀ ਆਪਣੇ ਬਹੁਤ ਸਾਰੇ ਟਿਪਸ ਵੀ ਸਾਡੇ ਨਾਲ ਸ਼ੇਅਰ ਕਰਦੇ ਰਹੇ ਹੋ ਹੈ ਨਾ, ਲੋਕਾਂ ਦੇ ਨਾਲ ਸ਼ੇਅਰ ਕਰਦੇ ਰਹੇ ਹੋ ਤਾਂ ਕਿ ਫੀਮੇਲ ਆਪਣਾ ਖਿਆਲ ਰੱਖੇ। ਤੇ ਅਸੀਂ ਅੱਜ ਫਿਰ ਤੋਂ ਇੱਕ ਰਿਮਾਈਂਡਰ ਬਣ ਕੇ ਆਇਆ ਕਿਉਂਕਿ ਲਾਈਫ ਦੇ ਵਿੱਚ ਰਿਮਾਈਂਡਰ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਤੇ ਸਭ ਤੋਂ ਪਹਿਲੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ। ਬੀਇੰਗ ਅ ਫੀਮੇਲ, ਇਟਸ ਆਰ ਲਾਈਫ, ਇਟਸ ਆਰ ਵਰਲਡ। ਤੇ ਵੂਮਨਸ ਡੇ ਦੀਆਂ ਤੁਹਾਨੂੰ ਮੁਬਾਰਕਾਂ। थैंक यू जी, और आपको भी बहुत बहुत मुबारक हो। ਥੈਂਕ ਯੂ ਸੋ ਮਚ ਮੈਮ। ਮੈਮ ਜੇ ਅਸੀਂ ਗੱਲ ਕਰੀਏ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਨੇ ਗਰਲਸ ਹੈ ਨਾ, ਔਰ ਜਿਹੜੇ ਆਸ-ਪਾਸ ਦੇ ਆਲੇ ਦੁਆਲੇ ਦੇ ਸਾਡੇ ਪਿੰਡ ਨੇ ਉਹਨਾਂ ਦੀ ਵੀ ਜੇ ਅਸੀਂ ਗੱਲ ਕੀਤੀ ਜਾਏ ਤੇ ਇੱਕ ਫੀਮੇਲ ਹੀ ਅਜਿਹਾ ਹੁੰਦੀ ਹੈ ਹਮੇਸ਼ਾ ਆਪਣੇ ਆਪ ਨੂੰ ਸੈਕਿੰਡ ਨੰਬਰ 'ਤੇ ਰੱਖਦੀ ਹੈ। ਪ੍ਰਾਇਓਰਿਟੀ ਟੂ ਦਾ ਫੈਮਿਲੀ, ਪ੍ਰਾਇਓਰਿਟੀ ਟੂ ਦਾ ਵਰਕ, ਆਪਣੇ ਆਪ ਨੂੰ ਸੈਕੰਡਰੀ ਮੰਨਦੇ ਹੋਏ ਆਪਾਂ ਆਪਣੀ ਹੈਲਥ ਨੂੰ ਕੰਪਰੋਮਾਈਜ਼ ਕਰਨੇ ਆ। ਸੋ ਕਿਹੜੀ ਚੀਜ਼ ਹੈ, ਕਿਹੜੀ ਗੱਲ ਹੈ ਤੁਸੀਂ ਦੱਸਣਾ ਚਾਹੋਗੇ ਕਿ ਇੱਕ ਫੀਮੇਲ ਨੂੰ ਮੈਂਡੇਟਰੀ ਹੈ ਆਪਣੀ ਹੈਲਥ ਦੇ ਵਿੱਚ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਜੀ, ਜੈਸੇ ਤੁਸੀਂ ਕਿਹਾ ਕਿ ਲੇਡੀਜ਼ ਹੈ ਜਿਹੜੀਆਂ ਫੀਮੇਲਸ ਹੈ ਬਹੁਤ ਸਟਰੋਂਗ ਹੁੰਦੀਆਂ ਨੇ, ਸਾਰੀ ਫੈਮਿਲੀ ਨੂੰ ਉਹ ਸੰਭਾਲਦੀਆਂ ਨੇ, ਪਰ ਜਦੋਂ ਉਹਨਾਂ ਦੀ ਆਪਣੀ ਹੈਲਥ ਦੀ ਗੱਲ ਆਉਂਦੀ ਹੈ ਤਾਂ ਉਹ ਥੋੜ੍ਹਾ ਆਪਣੇ ਆਪ ਨੂੰ ਇਗਨੋਰ ਕਰਦੀਆਂ ਨੇ ਬਿਕੋਜ਼ ਕਈ ਹੋਰ ਚੀਜ਼ਾਂ ਉਹਨਾਂ ਲਈ ਪ੍ਰਾਇਓਰਿਟੀ 'ਤੇ ਹੁੰਦੀਆਂ ਨੇ। ਅਤੇ ਬਾਕੀ ਫੈਮਿਲੀ ਮੈਂਬਰਸ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ। मैं तो हमेशा कहनी है कि उनके हस्बैंड्स हैं या जो भी घर में मेंबर्स हैं उनको एक बर्थडे गिफ्ट में एक हेल्थ पैकेज ज़रूर दे सकते हैं कि आप अपना हेल्थ चेक कराओ और आप तंदुरुस्त रहो और हमें भी तंदुरुस्त रखो। सो कुछ चीज़ें हैं जो आपको इग्नोर नहीं करनी है, जितनी भी लेडीज़ महिलाएं इस चीज़ को सुन रही हैं, क्योंकि हमारी जो बायोलॉजी है वो इस तरह से है कि हम जो ब्लीडिंग है, जो हमारा मेंस्ट्रुअल साइकिल है, उसमें हम ब्लड लूज़ करते हैं और बहुत सारी ऐसी लेडीज़ हैं जिनको कोई ना कोई प्रॉब्लम ज़रूर रहती है। कई बार वो एक्सेसिव ब्लीडिंग ड्यूरिंग मेंसेस होती है पर वो बहुत लाइटली लेती हैं, फिर उनको अनीमिया हो जाता है, वर्क कैपेसिटी कम हो जाती है, आपका शरीर थका थका रहता है। तो कभी भी ऐसा इनकाउंटर हो, आपको कोई भी ऐसा सिम्टम, तो आपको इग्नोर नहीं करना है जी। जो ब्लीडिंग है एक रूटीन में होनी चाहिए। एक्सेसिव ब्लीडिंग हो रही है तो वो गलत है, उसका कोई ना कोई कारण होगा जो आप डॉक्टर से मिलके पता लगा सकते हैं और ट्रीटमेंट भी ले सकते हैं। ਮੈਮ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਕੋਲ ਤੇ ਬਹੁਤ ਸਾਰੀ ਕੁੜੀਆਂ ਆਉਂਦੀਆਂ ਹੋਣਗੀਆਂ ਨਾ, ਬਹੁਤ ਸਾਰੀ ਫੀਮੇਲਸ ਆਉਂਦੀਆਂ ਹੋਣਗੀਆਂ ਆਪਣੀ ਪ੍ਰੋਬਲਮਸ ਲੈ ਕੇ, ਤੇ ਸਭ ਤੋਂ ਜ਼ਿਆਦਾ ਤੁਸੀਂ ਯੰਗ ਜਨਰੇਸ਼ਨ ਦੀ ਕਿਹੜੀ ਪ੍ਰੋਬਲਮ ਡਿਸਕਸ ਕਰਦੇ ਨੇ ਕੁੜੀਆਂ ਆ ਕੇ ਤੁਹਾਡੇ ਨਾਲ? ਜੇ ਆਪਾਂ ਟੀਨੇਜਰਸ ਦੀ ਗੱਲ ਕਰੀਏ ਤਾਂ ਮੋਸਟਲੀ ਜਿਹੜੀਆਂ ਅੱਜ ਕੱਲ੍ਹ ਟੀਨੇਜਰਸ ਆ ਰਹੀਆਂ ਨੇ ਉਹਨਾਂ ਨੂੰ ਜਿਹੜੀ ਪ੍ਰੋਬਲਮ ਹੋ ਰਹੀ ਹੈ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਦੀ ਪ੍ਰੋਬਲਮ ਹੈ ਜੀ। ਜਦੋਂ ਅਸੀਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਅੱਜ ਤੋਂ 15 ਸਾਲ ਪਹਿਲਾਂ, ਉਦੋਂ ਅਸੀਂ 10 ਦੇ ਵਿੱਚੋਂ ਕੋਈ 1 ਜਾਂ 2 ਕੇਸ ਇਸ ਤਰ੍ਹਾਂ ਦੇ ਦੇਖਦੇ ਸੀ ਜਦੋਂ ਆਪਾਂ OPDs ਕਰਦੇ ਸੀ ਟੀਨੇਜਰਸ ਦੀਆਂ। ਹਾਂਜੀ। ਬਟ ਅੱਜ ਕੱਲ੍ਹ 10 ਦੇ ਵਿੱਚੋਂ 7 ਤੋਂ 8 ਲੜਕੀਆਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਦੇ ਨਾਲ ਪੀੜਿਤ ਹਨ। ਇਸ ਦਾ ਕਾਰਨ ਇਹ ਹੈ ਕਿ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਜੀ। ਸਿਡੈਂਟਰੀ ਲਾਈਫ ਸਟਾਈਲ ਵੱਧ ਗਿਆ ਹੈ, ਖਾਣ ਪੀਣ ਦੀਆਂ ਚੀਜ਼ਾਂ ਦਾ ਫਰਕ ਪੈ ਗਿਆ ਹੈ, ਜੰਕ ਫੂਡ ਆਪਣੀ ਡਾਈਟ ਦੇ ਵਿੱਚ ਬਹੁਤ ਜ਼ਿਆਦਾ ਹੈ, ਸਟ੍ਰੈਸ ਲੈਵਲਸ ਬਹੁਤ ਵੱਧ ਗਏ ਹਨ ਬੱਚਿਆਂ ਨੂੰ, ਐਜੂਕੇਸ਼ਨ 'ਚ ਕਹਿ ਲਓ ਜਾਂ ਅਲੱਗ ਫੈਮਿਲੀ ਸੋਸਾਇਟੀ ਪ੍ਰੈਸ਼ਰਸ ਬਹੁਤ ਜ਼ਿਆਦਾ ਹਨ। ਅਤੇ ਇਹ ਸਾਰੀਆਂ ਚੀਜ਼ਾਂ ਨਾਲ ਜਿਹੜਾ ਹੈ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਦੀਆਂ ਜੋ ਲੜਕੀਆਂ ਹੈ ਉਹਨਾਂ ਦੇ ਵਿੱਚ ਇਹ ਡਿਜ਼ੀਜ਼ ਹੋ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਅੱਗੇ ਸਾਹਮਣਾ ਕਰਨਾ ਪੈਂਦਾ ਜੀ। ਤੇ ਹੁਣ ਇਹ ਪ੍ਰੋਬਲਮ ਹੈ ਲੇਕਿਨ ਇਸ ਦਾ ਸੋਲਿਊਸ਼ਨ ਕੀ ਹੈ ਔਰ ਕੀ
ਰੀਜ਼ਨਸ ਨੇ ਇਹਦੇ ਪਿੱਛੇ? ਲਾਈਕ ਤੁਸੀਂ ਦੱਸਿਆ ਕਿ ਸੈਡੈਂਟਰੀ ਲਾਈਫ ਸਟਾਈਲ ਹੈ ਔਰ ਜ਼ਿਆਦਾਤਰ ਕੁੜੀਆਂ ਅੱਜ ਕੱਲ੍ਹ ਇਹ ਪ੍ਰੋਬਲਮ ਫੇਸ ਕਰ ਰਹੀਆਂ ਨੇ, ਤੇ ਉਸ ਦਾ ਸੋਲੂਸ਼ਨ ਕੀ ਤੁਸੀਂ ਦਿਓਗੇ, ਤੇ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਜੇ ਕਿਸੇ ਨੂੰ PCOD ਹੋ ਗਿਆ? PCOD ਨੂੰ ਕਈ ਵਾਰ ਤੁਸੀਂ ਖੁਦ ਵੀ ਠੀਕ ਕਰ ਸਕਦੇ ਹੋ ਜੇ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰ ਲਓ। ਬਾਕੀ ਡਾਕਟਰ ਜਿਹੜਾ ਹੈ ਉਹ ਵੀ ਦਵਾਈ ਦੇ ਕੇ ਉਹਨਾਂ ਨੂੰ ਠੀਕ ਕਰ ਸਕਦਾ ਹੈ, ਬਟ ਉਹ ਇੱਕ ਟੈਂਪਰੇਰੀ ਥਿੰਗ ਰਹੇਗੀ। ਜ਼ਿਆਦਾ ਇਹਦੇ ਵਿੱਚ ਤੁਹਾਡਾ ਆਪਣਾ ਹੀ ਰੋਲ ਰਹੇਗਾ ਜੇ ਤੁਸੀਂ ਆਪਣਾ ਜੀਵਨ ਜੀਣ ਦਾ ਤਰੀਕਾ ਤੁਸੀਂ ਠੀਕ ਕਰਦੇ ਹੋ। ਸੋ ਸਭ ਤੋਂ ਪਹਿਲਾਂ ਹੈ ਕਿ ਓਬੈਸਿਟੀ ਬਹੁਤ ਵੱਧ ਰਹੀ ਹੈ। ਜੇ ਤੁਸੀਂ ਆਪਣੇ weight ਨੂੰ ਕੰਟਰੋਲ ਰੱਖੋਗੇ ਤਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਵੀ ਤੁਹਾਡੀ ਕੰਟਰੋਲ ਦੇ ਵਿੱਚ ਰਹੇਗੀ, ਬਿਕੋਜ਼ ਫੈਟ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਕੈਮੀਕਲਸ ਬਣਦੇ ਆ ਜਿਹੜਾ ਇੱਕ ਸਿਸਟ ਫਾਰਮੇਸ਼ਨ ਨੂੰ बढ़ावा ਦਿੰਦੇ ਆ। ਸੋ ਇੱਕ ਮੇਨਟੇਨ ਕਰਨਾ ਹੈ ਹੈਲਦੀ weight, जिसको आप एक्सरसाइज करो, रेगुलर एक्सरसाइज ਤੁਹਾਡੀ ਬੋਡੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਤੁਹਾਡੇ ਲਾਈਫ ਸਟਾਈਲ 'ਚ ਹੋਣਾ ਬਹੁਤ ਜ਼ਰੂਰੀ ਹੈ। ਸੈਕਿੰਡ ਹੈ ਡਾਈਟ। ਤੋ ਜੰਕ ਫੂਡ ਜੋ ਆਪਾਂ ਇੰਨੀਆਂ ਜ਼ਿਆਦਾ ਅੱਜ ਕੱਲ੍ਹ ਐਮਟੀ ਕੈਲੋਰੀਜ਼ ਲੈਂਦੇ ਹਾਂ ਸੈਲੀਬ੍ਰੇਸ਼ਨ ਦੇ ਨਾਮ 'ਤੇ, ਜਾਂ ਵੈਸੇ ਵੀ ਆਪਣੇ ਰੂਟੀਨ ਦੇ ਵਿੱਚ ਬਹੁਤ ਜ਼ਿਆਦਾ ਜੰਕ ਫੂਡ ਹੈ, ਉਸਨੂੰ ਆਪਾਂ ਕੱਟ ਆਫ ਕਰਨਾ, ਰੈਗੂਲੇਟ ਕਰਨਾ। ਵਨਸ ਇਨ ਅ ਮੰਥ, ਟਵਾਈਸ ਇਨ ਅ ਮੰਥ ਉਹਨੂੰ ਰੈਗੂਲੇਟ ਕਰਨਾ। ਜ਼ਿਆਦਾਤਰ ਆਪਾਂ ਹੈਲਦੀ ਆਪਸ਼ਨਸ ਲੱਭਣੀਆਂ ਨੇ ਆਪਣੇ ਲਈ ਕਿ ਕੀ ਫਾਇਦੇਮੰਦ ਹੈ, ਤਾਂ ਉਸ ਦੇ ਨਾਲ ਵੀ ਆਪਾਂ ਪੋਲੀਸਿਸਟਿਕ ਡਿਜ਼ੀਜ਼ 'ਤੇ ਕੰਟਰੋਲ ਕਰ ਸਕਦੇ ਹਾਂ। ਜੀ। ਤੀਸਰਾ ਹੈ ਸਟ੍ਰੈਸ ਅੱਜ ਕੱਲ੍ਹ ਹਰ ਇੱਕ ਦੀ ਲਾਈਫ 'ਤੇ ਹੈ। ਬੱਚਿਆਂ ਦੀ ਤਾਂ ਲਾਈਫ ਸਭ ਤੋਂ ਬੈਸਟ ਫੇਜ਼ ਆਫ ਲਾਈਫ ਹੁੰਦੀ ਹੈ, ਸਿਰਫ ਪੜ੍ਹਾਈ ਦੇ ਬਾਰੇ ਸੋਚਣਾ ਹੈ, ਬਾਕੀ ਚੀਜ਼ਾਂ ਨਹੀਂ ਸੋਚਣੀਆਂ। ਤਾਂ ਥੋੜ੍ਹਾ ਸਾ ਲਾਈਫ ਨੂੰ ਟੇਕ ਇਟ ਈਜ਼ੀ ਐਟੀਟਿਊਡ ਹੋਣਾ ਚਾਹੀਦਾ ਹੈ। ਕਿਸ ਤਰ੍ਹਾਂ ਸਟ੍ਰੈਸ ਨੂੰ ਹੈਂਡਲ ਕਰਨਾ ਉਹ ਆਪਾਂ ਨੂੰ ਆਉਣਾ ਚਾਹੀਦਾ, ਬਿਕੋਜ਼ ਦਿਸ ਇਜ਼ ਦ ਬੈਸਟ ਫੇਜ਼ ਆਫ ਲਾਈਫ। ਅਗਰ ਅਭੀ ਆਪਾਂ ਇਸ ਚੀਜ਼ ਨੂੰ ਨਹੀਂ ਹੈਂਡਲ ਕਰ ਸਕਦੇ ਫਿਰ ਅੱਗੇ ਜਾ ਕੇ ਹੋਰ ਪਰੇਸ਼ਾਨੀਆਂ ਦਾ ਦੇਖਣਾ ਪੈ ਸਕਦਾ ਹੈ। ਸੋ ਇਸ ਲਈ ਸਟ੍ਰੈਸ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ, ਆਪਦੀ ਫਿਜ਼ੀਕਲ ਐਕਟੀਵਿਟੀ ਹੋਣੀ ਚਾਹੀਦੀ ਹੈ, ਅਤੇ ਡਾਈਟ 'ਤੇ ਧਿਆਨ ਦੇਣਾ, ਤਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਨੂੰ ਕਾਫੀ ਹੱਦ ਤੱਕ ਮੈਨੇਜ ਕੀਤਾ ਜਾ ਸਕਦਾ। ਮੈਮ ਇਹਦੇ ਕੋਈ ਸਿੰਪਟਮਸ ਸ਼ੇਅਰ ਕਰ ਸਕਦੇ ਹੋ ਤੁਸੀਂ, ਤਾਂ ਕਿ ਅਗਰ ਇਹ ਸਿੰਪਟਮਸ ਕੋਈ ਵੀ ਸੁਣਨ ਵਾਲੀ ਕੁੜੀ ਨੂੰ ਲੱਗਦਾ ਹੈ ਕਿ ਉਹਦੇ ਨਾਲ ਹੋ ਰਹੇ ਨੇ ਤੇ ਉਹਨੂੰ ਚੈੱਕਅਪ ਕਰਾਉਣਾ ਚਾਹੀਦਾ? ਜੀ, ਸਭ ਤੋਂ ਜੋ ਮੋਸਟ ਕਾਮਨ ਸਿੰਪਟਮ ਇਸਦਾ ਹੁੰਦਾ ਹੈ ਕਿ ਵਨ ਇਜ਼ ਕਿ ਜੋ ਪੀਰੀਅਡ ਹੈ ਉਹ ਰੈਗੂਲਰ ਆਉਣਾ ਬੰਦ ਹੋ ਜਾਂਦੇ ਆ, ਤੁਹਾਡੇ ਦਿਨ ਵਧਣ ਲੱਗ ਜਾਂਦੇ ਆ। ਕभी ਪੂਰਾ 1 ਮਹੀਨੇ ਦੀ ਜਗ੍ਹਾ 1.5 ਮਹੀਨਾ ਜਾਂ 40 ਡੇਜ਼, 50 ਡੇਜ਼, ਕभी 2 ਮੰਥਸ, 3 ਮੰਥਸ, ਇਸ ਤਰ੍ਹਾਂ ਪੀਰੀਅਡਸ ਦਾ ਜਿਹੜਾ ਡਿਊਰੇਸ਼ਨ ਹੈ ਇੱਕ ਤੋਂ ਦੂਸਰੇ ਮੈਂਸਟਰਲ ਸਾਈਕਲ ਦਾ ਉਹ ਵਧਣ ਲੱਗ ਜਾਂਦਾ ਹੈ। ਜੀ। ਸੈਕਿੰਡ, ਕਈ ਗਰਲਸ ਦੇ ਵਿੱਚ ਉਸ ਤੋਂ ਜ਼ਿਆਦਾ ਹੋ ਜਾਏ ਸਵੇਰ ਤਾਂ ਹਿਰਸੂਟਿਜ਼ਮ ਇੱਕ ਹੁੰਦਾ ਜਿਹਦੇ ਨਾਲ ਐਕਸੈਸਿਵ ਹੈਅਰ ਗਰੋਥ ਹੋਣ ਲੱਗ ਜਾਂਦੀ ਹੈ। ਜੋ ਲੜਕੀਆਂ ਦੇ ਫੇਸ 'ਤੇ ਜਿਸ ਪਾਰਟ 'ਤੇ ਆਪਾਂ ਨੂੰ ਹੇਅਰ ਨਹੀਂ ਹੋਣਾ ਚਾਹੀਦਾ ਉੱਥੇ ਹੈਅਰ ਗਰੋ ਕਰਨੇ ਲੱਗ ਜਾਂਦੇ, ਜਿਵੇਂ ਚਿੰਨ 'ਤੇ ਐਕਸੈਸਿਵ ਹੇਅਰ ਹੋ ਜਾਂਦੇ ਆ, ਅਪਰ ਲਿਪ 'ਤੇ ਹੋ ਜਾਂਦੇ ਆ, ਚੈਸਟ 'ਤੇ ਹੋ ਜਾਂਦੇ ਆ। ਹੇਅਰ ਲਾਸ ਵੀ ਇਹਦੇ ਨਾਲ ਹੋ ਸਕਦਾ ਹੈ, ਔਰ ਇਸ ਨਾਲ ਵੇਟ ਗੇਨ ਹੁੰਦਾ ਹੈ, ਫੇਸ 'ਤੇ ਪਿੰਪਲਸ ਵੱਧ ਜਾਂਦੇ ਆ, ਅਤੇ ਪੀਰੀਅਡ ਤਾਂ ਇਰੈਗੂਲਰ ਹੁੰਦਾ ਹੀ ਹੈ। ਨਾਲ ਨਾਲ ਕਈ ਵਾਰ ਜਦੋਂ ਆਪਾਂ ਆਪਣੀ ਫੈਮਿਲੀ ਦੀ ਪਲੈਨਿੰਗ ਕਰਦੇ ਹਾਂ ਤਾਂ ਕੰਸੈਪਸ਼ਨ ਹੋਣ 'ਚ ਵੀ ਦਿੱਕਤ ਆ ਸਕਦੀ ਹੈ। ਸੋ ਹਰ ਫੇਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਦਿੱਕਤਾਂ ਕਰਦੀ ਹੈ। ਜਦੋਂ ਆਪਾਂ ਟੀਨੇਜਰ ਹੁੰਦੇ ਤਾਂ ਪੀਰੀਅਡਸ ਪ੍ਰੋਬਲਮ ਕਰਦੀ ਹੈ। ਜਦੋਂ ਮੈਰਿਜ ਤੋਂ ਬਾਅਦ ਫੈਮਿਲੀ ਪਲਾਨ ਕਰਨ ਲੱਗਦੇ ਹਨ ਤਾਂ ਪੋਲੀਸਿਸਟਿਕ ਉੱਥੇ ਵੀ ਦਿੱਕਤ ਕਰਦੀ ਹੈ। ਜੀ। ਔਰ ਜਦੋਂ ਆਪਾਂ ਜ਼ਿੰਦਗੀ ਦੇ ਲਾਸਟ ਪੜਾਅ 'ਤੇ ਹੁੰਦੇ ਹਾਂ ਉਦੋਂ ਵੀ ਇਹ ਡਾਇਬਟੀਜ਼ ਦਾ, ਕੈਂਸਰ ਆਫ ਯੂਟਰਸ ਦਾ ਚਾਂਸ ਵਧਾ ਦਿੰਦੀ ਹੈ ਜਿਹੜੇ ਲੋਕਾਂ ਨੂੰ ਪ੍ਰੀਵੀਅਸ ਹਿਸਟਰੀ ਰਹੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਦੀ। ਜੀ। ਹੁਣ ਇਹ ਤੇ ਗੱਲ ਹੋਈ ਕੁੜੀਆਂ ਦੀ, ਲੇਕਿਨ ਜੇ ਆਪਾਂ ਥੋੜ੍ਹੀ ਏਜ ਹੋਰ ਅੱਗੇ ਵਧੀਏ, ਉਹ ਫੀਮੇਲਸ ਤੱਕ ਜਾਈਏ ਜਿਹੜੇ ਹੁਣੇ ਪ੍ਰੈਗਨੈਂਸੀ ਨੂੰ ਐਕਸਪੀਰੀਅੰਸ ਕਰ ਰਹੇ ਨੇ, ਹੈ ਨਾ, ਜਾਂ ਫਿਰ ਜਿਨ੍ਹਾਂ ਦੀ ਪ੍ਰੈਗਨੈਂਸੀ ਤੋਂ ਬਾਅਦ ਦੀ ਸਿਚੁਏਸ਼ਨ ਹੈ, ਅਤੇ ਉਸ ਦੌਰਾਨ ਉਹ ਆਪਣੀ ਹੈਲਥ ਦਾ ਖਿਆਲ ਕਿਹੜੀ ਚੀਜ਼ਾਂ ਦੇ ਨਾਲ ਰੱਖਣ, ਕਿਹੜੀ ਉਹਨਾਂ ਦੀ ਕਿਸ ਤਰੀਕੇ ਦੀ ਡਾਈਟ ਹੋਣੀ ਚਾਹੀਦੀ ਹੈ? ਕਿਉਂਕਿ ਕੁਝ ਇੱਕ ਤਾਂ ਬਹੁਤ ਜ਼ਿਆਦਾ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦੇ ਨੇ, ਹੈ ਨਾ, ਔਰ ਕੁਝ ਇੱਕ ਆਪਣੀ ਹੈਲਥ ਨੂੰ ਕੌਨਸ਼ੀਅਸ ਹੁੰਦੇ ਹੋਏ ਕੁਝ ਵੀ ਨਹੀਂ ਖਾਂਦੇ। ਤਾਂ ਤੁਸੀਂ ਉਹਨਾਂ ਨੂੰ ਲਾਈਕ ਜੱਚਾ ਬੱਚਾ ਨੂੰ ਕੀ ਟਿਪਸ ਦਿਓਗੇ? ਦੇਖੋ, ਪ੍ਰੈਗਨੈਂਸੀ ਇਜ਼ ਦਾ ਓਨਲੀ ਫੇਜ਼ ਇੱਕ ਉਹ ਹੈ ਜਿੱਥੇ ਜੋ ਲੇਡੀਜ਼ ਨੂੰ ਖੁੱਲ੍ਹ ਕੇ ਖਾ ਲੈਣਾ ਚਾਹੀਦਾ ਹੈ, ਬਟ ਹੈਲਦੀ ਚੀਜ਼ਾਂ ਨੂੰ ਖਾ ਲੈਣਾ ਚਾਹੀਦਾ। ਅਤੇ ਪੋਸਟਮਾਰਟਮ 6 ਮਹੀਨੇ ਜਦੋਂ ਆਪਣੇ ਬੱਚੇ ਨੂੰ ਆਪਾਂ ਫੀਡ ਕਰ ਰਹੇ ਹਾਂ ਤਾਂ ਸਾਡੇ ਸਰੀਰ ਵਿੱਚ ਆਪਣੀ ਅੱਛੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਆਪਾਂ ਆਪਣੇ ਬੱਚੇ ਨੂੰ ਵੀ ਅੱਛੀ ਫੀਡ ਦੇ ਸਕਦੇ ਹਾਂ। ਜੀ। ਸੋ ਉਸ ਟਾਈਮ ਦੇ ਵਿੱਚ ਆਪਾਂ ਕੋਈ ਡਾਈਟਿੰਗ ਨਹੀਂ ਕਰਨੀ, ਕੁਝ ਨਹੀਂ ਕਰਨੀ, ਨਾ ਹੀ ਬਾਹਰਲਾ ਜ਼ਿਆਦਾ ਕੁਝ ਖਾਣਾ ਹੈ, ਬਟ ਹੈਲਦੀ ਆਪਸ਼ਨਸ ਲੈਣੀਆਂ ਨੇ। ਕੁਝ ਮੈਡੀਸਨਸ ਹੁੰਦੀਆਂ ਨੇ, ਪਲੈਨਿੰਗ ਕਰਨ ਤੋਂ ਪਹਿਲਾਂ ਵੀ ਉਹ ਸਟਾਰਟ ਹੋ ਜਾਂਦੀਆਂ ਨੇ ਤਾਂ ਕਿ ਤੁਹਾਡੀ ਆਪਣੀ ਬਾਡੀ ਸਟਰੋਂਗ ਹੋਵੇ, ਤਾਂ ਹੀ ਤੁਸੀਂ ਆਪਣੇ ਬੱਚੇ ਨੂੰ ਹੈਲਦੀ ਬਣਾ ਸਕਦੇ ਹੋ। ਜੀ। ਅਤੇ ਜੇ ਤੁਹਾਡੇ ਪਹਿਲਾਂ ਹੀ ਕੁਝ ਚੀਜ਼ਾਂ ਦੀ ਕਮੀ ਹੈ ਤਾਂ ਬੱਚੇ ਵੀ ਫਿਰ ਉਸ ਤਰ੍ਹਾਂ ਦੇ ਵੀਕ ਹੁੰਦੇ ਆ ਜਿਨ੍ਹਾਂ ਨੂੰ ਇੰਟਰਾ ਯੂਟਰਾਈਨ ਗਰੋਥ ਰਿਸਟ੍ਰਿਕਟਡ ਬੇਬੀ ਜਾਂ ਲੈਸ ਬਰਥ ਵੇਟ ਬੇਬੀ ਕਿਹਾ ਜਾਂਦਾ ਹੈ। ਐਸੇ ਬੱਚਿਆਂ ਨੂੰ ਪਾਲਣਾ ਵੀ ਥੋੜ੍ਹਾ ਬਹੁਤ ਮੁਸ਼ਕਿਲ ਹੈ।
ਐਜ਼ ਕੰਪੇਅਰ ਟੂ ਜਿਹਦਾ ਨਾਰਮਲ ਬਰਥ weight ਹੋਵੇ। ਸੋ ਇਸ ਟਾਈਮ 'ਤੇ ਡਾਈਟਿੰਗ ਨਹੀਂ ਕਰਨੀ ਆ, ਪਰ ਹੈਲਦੀ ਆਪਸ਼ਨਸ ਲੱਭਣੀਆਂ ਨੇ, ਉਸ ਤਰ੍ਹਾਂ ਦੀ ਡਾਈਟ ਖਾਣੀ ਹੈ ਜਿਹਦੇ ਵਿੱਚ ਆਇਰਨ ਜ਼ਿਆਦਾ ਹੋਵੇ। ਹੁਣ ਆਪਾਂ ਸਭ ਨੂੰ ਪਤਾ ਹੈ ਕਿ ਆਇਰਨ ਕਿਹੜੀ ਚੀਜ਼ ਦੇ ਵਿੱਚ ਜ਼ਿਆਦਾ ਹੁੰਦਾ ਹੈ। ਹਰੀ ਪੱਤੇਦਾਰ ਸਬਜ਼ੀਆਂ ਹੈ, ਡੇਟਸ ਹੈ, ਡਰਾਈ ਫਰੂਟਸ ਹੈ, ਫਰੈਸ਼ ਸੀਜ਼ਨਲ ਫਰੂਟਸ ਜਿੰਨੇ ਆ ਰਹੇ ਇਹਨਾਂ ਸਭ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ। ਆਮਲਾ ਦੇ ਵਿੱਚ ਆਇਰਨ ਹੁੰਦਾ, ਤੇ ਜੋ ਲੋਕਲ ਚੀਜ਼ਾਂ ਅਵੇਲੇਬਲ ਹੁੰਦੀਆਂ ਸੀਜ਼ਨ ਦੇ ਵਿੱਚ ਉਹਨਾਂ ਦੇ ਵਿੱਚ ਸਾਰੇ ਮਲਟੀਵਿਟਾਮਿਨ, ਸਾਰੇ ਮਿਨਰਲਸ, ਸਾਰੇ ਐਂਟੀਆਕਸੀਡੈਂਟ ਜੋ ਪ੍ਰੈਗਨੈਂਸੀ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੇ ਆ। ਤਾਂ ਆਪਾਂ ਨੂੰ ਉਹ ਉਸ ਸਮੇਂ ਦੇ ਵਿੱਚ ਜ਼ਿਆਦਾ ਖਾਣਾ ਚਾਹੀਦਾ। ਈਵਨ ਜਦੋਂ ਆਪਾਂ ਫੀਡ ਕਰ ਰਹੇ ਹਾਂ ਪੋਸਟਪਾਰਟਮ 6 ਮਹੀਨੇ ਤੱਕ ਐਕਸਕਲੂਸਿਵ ਆਪਣੇ ਬ੍ਰੈਸਟ ਫੀਡ ਕਰਨਾ ਚਾਹੀਦਾ, ਅਤੇ ਆਪਣਾ ਆਇਰਨ, ਆਪਣੀ ਕੈਲਸ਼ੀਅਮ, ਆਪਣਾ ਮਿਲਕ ਡਾਈਟ ਦੇ ਵਿੱਚ ਅੱਛਾ ਰੱਖਣਾ ਤਾਂ ਕਿ ਆਪਾਂ ਬੱਚੇ ਨੂੰ ਅੱਛੀ ਤਰ੍ਹਾਂ ਫੀਡ ਕਰ ਸਕੀਏ। ਓਕੇ, ਔਰ ਫੀਡਿੰਗ ਨੂੰ ਲੈ ਕੇ ਵੀ ਮੈਂ ਚਾਹੁੰਦੀ ਹਾਂ ਕਿ ਇੱਕ ਵਾਰ ਅਵੇਅਰਨੈਸ ਤੁਸੀਂ ਸਪਰੈਡ ਕਰ ਦਿਓ। ਉਦੋਂ ਤੇ ਵਿਲੇजेस ਦੇ ਵਿੱਚ ਅਜਿਹਾ ਮੌਕਾ ਨਹੀਂ ਆਉਂਦਾ, ਲੇਕਿਨ ਯੂ ਨੈਵਰ ਨੋ ਕੋਈ ਕਿਸੇ ਨੂੰ ਕਿੱਦਾਂ ਗਾਈਡ ਕਰਦਾ ਜਾਂ ਮਿਸ ਗਾਈਡ ਕਰਦਾ, ਤੇ ਉਹਦੇ ਵਿੱਚ ਵੀ ਮੈਂ ਚਾਹੁੰਦੀ ਹਾਂ ਕਿ ਇੱਕ ਵਾਰ ਤੁਸੀਂ ਅਵੇਅਰਨੈਸ ਸਪਰੈਡ ਕਰ ਦਿਓ ਫੀਡਿੰਗ ਨੂੰ ਲੈ ਕੇ ਵੀ। ਓਕੇ, ਬ੍ਰੈਸਟ ਫੀਡਿੰਗ ਹੈ ਜਿਹੜਾ ਇਹ ਬੱਚੇ ਦਾ ਅਧਿਕਾਰ ਹੈ। ਅੱਜ ਕੱਲ੍ਹ ਮਦਰਸ ਪ੍ਰੋਫੈਸ਼ਨਲ ਨੇ, ਉਹਨਾਂ ਨੇ ਜਲਦੀ ਡਿਊਟੀਜ਼ ਜੁਆਇਨ ਕਰਨੀਆਂ ਹੁੰਦੀਆਂ ਨੇ, ਤਾਂ ਉਹ ਸ਼ੁਰੂ 'ਚ ਫਿਰ ਉਹ ਅਵੋਇਡ ਕਰਦੀਆਂ ਨੇ। ਕਈ ਮਦਰ ਜਿਹੜੀਆਂ ਹੁੰਦੀਆਂ ਨੇ ਉਹ ਥੋੜ੍ਹਾ ਸਾ ਆਪਣੀ ਫਿਗਰ ਕੌਨਸ਼ੀਅਸ ਹੁੰਦੀਆਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਬ੍ਰੈਸਟ ਫੀਡਿੰਗ ਨਾਲ ਮੇਰੀ ਆਪਣੀ ਫਿਗਰ 'ਤੇ ਕੋਈ ਅਸਰ ਆਏਗਾ, ਤਾਂ ਉਹ ਉਸ ਤਰ੍ਹਾਂ ਫੀਡ ਨਹੀਂ ਕਰਦੀਆਂ। ਪਰ ਪਹਿਲੇ 6 ਮੰਥਸ ब्रेस्ट फीडिंग बहुत ज़्यादा ज़रूरी है, क्योंकि उसदे विच कुछ इस तरह की जो होती हैं चीज़ें, जैसे एंटीबॉडीज़ वगैरह होती हैं जो अपने बच्चे को आप बचाती हैं बहुत सारी बीमारियां होने से। ये ब्रेस्ट फीडिंग बच्चे के लिए तो फ़ायदा करती हैं, बच्चे को पेट में दर्द नहीं होता, बच्चे को कॉन्स्टिपेशन नहीं होती, बच्चा हेल्दी रहता है, बाकी इन्फेक्शंस कम होती हैं, पर आपके अपने शरीर को भी बहुत फ़ायदा करती हैं। जैसे ओवेरियन सिस्ट वगैरह है वो नहीं होते, आगे जाके ब्रेस्ट कैंसर के चांसेस कम हो जाते हैं, ओवेरियन कैंसर के चांसेस कम हो जाते हैं। तो इसलिए ब्रेस्ट फीडिंग बहुत ज़रूरी है। पहले 6 मंथ्स एक्सक्लूसिव सिर्फ आपका अपना दूध जो आपने बच्चे को देना है, और कुछ भी बच्चे को ऊपर का फीड तब तक नहीं देना चाहिए। सो ਰਾਈਟ ਮੈਮ, ਜਿਵੇਂ ਤੁਸੀਂ ਦੱਸਿਆ ਕਿ ਹੁਣੇ ਕਿ ਬ੍ਰੈਸਟ ਕੈਂਸਰ ਹੈ, ਓਵੇਰੀਅਨ ਕੈਂਸਰ ਹੈ, ਮੈਂ ਜਾਣਨਾ ਚਾਹੁੰਦੀ ਹਾਂ ਕਿਉਂਕਿ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਕਾਮਨ ਹੋ ਚੁੱਕਿਆ ਹੈ ਫੀਮੇਲਸ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਜਿਹੜੀ ਫੇਸ ਕਰਦੇ ਆ, ਅਤੇ ਕਿਹੜੇ ਕੈਂਸਰ ਜੋ ਸਭ ਤੋਂ ਜ਼ਿਆਦਾ ਵੇਖਿਆ ਜਾ ਰਿਹਾ ਪ੍ਰੋਬਲਮਸ ਫੇਸ ਹੋ ਰਹੀਆਂ ਨੇ? ਜੇ ਆਪਾਂ ਗੱਲ ਕਰੀਏ ਕੈਂਸਰ ਦੀ ਰੈਂਕਿੰਗ ਦੀ, ਤਾਂ ਸਭ ਤੋਂ ਨੰਬਰ 1 ਜੋ ਕੈਂਸਰ ਵਰਲਡ ਦੇ ਵਿੱਚ ਹੈ ਉਹ ਹੈ ਬ੍ਰੈਸਟ ਕੈਂਸਰ ਜੀ, और सेकंड नंबर जो आंदा है वो है सर्वाइकल कैंसर। सर्वाइकल क्या है कि जो यूट्रस दे माउथ का कैंसर है वो एक सर्वाइकल कैंसर है। और अगर हम थोड़ा सा इसके लिए अवेयर रहें तो इसको हम जल्दी पता लगा सकते हैं, और जल्दी इसको बचाने के लिए बहुत सारे उपाय भी हम कर सकते हैं। अवेयरनेस की बहुत ज़रूरत है इस वक्त कम्युनिटी में। ਔਰ ਅਵੇਅਰਨੈਸ ਹੀ ਸਪਰੈਡ ਕਰਨ ਦੀ ਪੂਰੀ ਕੋਸ਼ਿਸ਼ ਕਮਿਊਨਿਟੀ ਰੇਡੀਓ ਪੰਜਾਬ ਤੁਹਾਡੇ ਨਾਲ ਕਰ ਰਿਹਾ। ਅਤੇ ਮੈਮ ਅਲੱਗ-ਅਲੱਗ ਲੈਵਲ ਦੇ ਕੈਂਸਰਸ ਨੇ, ਹਾਊ ਤੁਸੀਂ ਜੇ ਸਿੰਪਟਮਸ ਸ਼ੇਅਰ ਕਰ ਲਓ ਤੇ ਘਰ ਬੈਠੀ ਫੀਮੇਲ ਨੂੰ ਵੀ ਪਤਾ ਚੱਲ ਜਾਏਗਾ ਕਿ ਜੇ ਉਹ ਇਹ ਸਾਰੀ ਪ੍ਰੋਬਲਮਸ ਫੇਸ ਕਰ ਰਹੀ ਹੈ ਤੇ ਨਾਓ ਦਿਸ ਇਜ਼ ਦ ਟਾਈਮ ਸ਼ੀ ਹੈਜ਼ ਟੂ ਵਿਜ਼ਿਟ ਅ ਗੁੱਡ ਆਬਸਟ੍ਰੀਸ਼ਨ ਗਾਇਨੋਕੋਲੋਜਿਸਟ। ਦੇਖੋ, ਹਰ ਕੈਂਸਰ ਬੋਡੀ ਦੇ ਵਿੱਚ ਕਿਸੇ ਵੀ ਅੰਗ ਦਾ ਹੋ ਸਕਦਾ ਹੈ, मतलब कोई भी अंग फ्रॉम हेड टू टो, और हर एक कैंसर का लक्षण अलग है। बट कई चीज़ां जिहड़ियां अपना किसी भी छोटी मोटी इन्फेक्शन है या कुछ है दवाई नाल ठीक नहीं हो रही, लंबा खिंच रही ने, तो वो एक कैंसर का लक्षण हो सकता है। जैसे एक कॉमन जिहड़ा एक कैंसर जिहड़ा मिस हो जाता, जैसे खांसी हुई तो सिंपल गला खराब है, या चैस्ट इन्फेक्शन की आप ट्रीटमेंट करी जाने, या ट्यूबरक्लोसिस नूं समझ के ट्रीटमेंट करी जाने, पर बाद च पता चलता कि खांसी नूं तो 1.5-2 महीने हो गए, ये तो एक कैंसर की वजह नाल है। तो कोई भी ऐसी चीज़ जिहड़ी लंबे समय तक चल रही है, जिहड़ी नहीं ठीक हो रही है, वो एक लक्षण हो सकती है। स्पैसिफिकली अगर आप ब्रैस्ट कैंसर की गल करिए तो ब्रैस्ट दे विच कोई जैसे लंप हो जाना, या सूजन हो जाना, या कोई गांठ का आपको फील होना अपने हाथ से, ਜਾਂ ਨਿੱਪਲ ਦੇ ਵਿੱਚੋਂ ਕੋਈ ਬਲੱਡੀ ਡਿਸਚਾਰਜ ਹੋਣਾ, ਜਾਂ ਕਿਸੇ ਵੀ ਤਰ੍ਹਾਂ ਦਾ ਡਿਸਚਾਰਜ ਹੋਣਾ, ਨਿੱਪਲ ਦਾ ਅੰਦਰ ਨੂੰ ਧਸ ਜਾਣਾ, ਜਾਂ ਬ੍ਰੈਸਟ ਦੇ ਸਾਈਜ਼ ਵਿੱਚ ਤੁਹਾਨੂੰ ਫਰਕ ਦਾ ਨਜ਼ਰ ਆਣਾ, ਜਾਂ ਸਰਫੇਸ ਉਹਦੀ ਰੈੱਡ ਹੋ ਜਾਣਾ। ਕਈ ਵਾਰ ਡਿੰਪਲ ਪੈਣੇ ਸ਼ੁਰੂ ਹੋ ਜਾਂਦੇ, ਜਿਸ ਤਰ੍ਹਾਂ ਔਰੇਂਜ ਜੈਸੀ ਸਕਿਨ ਹੁੰਦੀ ਹੈ ਬ੍ਰੈਸਟ ਦੀ ਸਕਿਨ ਉਸ ਤਰ੍ਹਾਂ ਹੋ ਜਾਂਦੀ ਹੈ। ਤੇ ਇਹ ਸਾਰੇ ਲੱਛਣ, ਕੋਈ ਵੀ ਚੇਂਜ ਜਿਹੜੀ ਤੁਸੀਂ ਆਬਜ਼ਰਵ ਕਰੋ ਆਪਣੇ ਸਰੀਰ ਦੇ ਵਿੱਚ, ਇੱਕ ਵਾਰ ਉਸ ਦੇ ਲਈ ਆਪਾਂ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ, ਬਿਕੋਜ਼ ਉਹ ਕੋਈ ਵੀ ਲੱਛਣ ਹੋ ਸਕਦੀ ਹੈ ਇਸ ਤਰ੍ਹਾਂ ਦੇ ਵੱਡੀ ਬਿਮਾਰੀ ਦਾ।
ਓਕੇ, ਔਰ ਜੇ ਦੂਜੇ ਕੈਂਸਰ ਦੀ ਗੱਲ ਕੀਤੀ ਜਾਏ, जी सर्वाइकल कैंसर जो होता है वो डिस्चार्ज या मेंस्ट्रुअल प्रॉब्लम से नाल ज़्यादा रिलेटेड है। कई बार सब तो बड़ी ਗੱਲ ਤਾਂ ਇਹ ਹੈ ਕਿ ਉਹ ਕਈ ਵਾਰ ਕੋਈ ਵੀ ਸਿੰਪਟਮ ਨਹੀਂ ਹੁੰਦਾ, ਸਟਿਲ ਇਹ ਬਿਮਾਰੀ ਤੁਹਾਡੀ ਬਾਡੀ ਦੇ ਵਿੱਚ ਚੱਲ ਰਹੀ ਹੁੰਦੀ ਹੈ, ਜਾਂ ਬਹੁਤ ਸਟਲ ਸਿੰਪਟਮ ਹੁੰਦੇ ਆ ਜਿਸ ਤਰ੍ਹਾਂ ਵਜਾਈਨਲ ਡਿਸਚਾਰਜ, ਜੋ ਹਰ ਲੇਡੀ ਸੋਚਦੀ ਹੈ ਕਿ ਇਹ ਇੱਕ ਆਮ ਗੱਲ ਹੈ, ਪਰ ਜੇ ਪਰਸਿਸਟੈਂਟ ਹੀ ਰਹਿੰਦਾ ਹੈ ਤਾਂ ਇਟ ਕੈਨ ਬੀ ਅ ਸਿੰਪਟਮ ਆਫ ਸਰਵਾਈਕਲ ਕੈਂਸਰ। ਸੈਕਿੰਡ, ਐਕਸੈਸਿਵ ਬਲੀਡਿੰਗ ਹੋਣਾ ਜਾਂ ਫਿਰ ਆਪਸ 'ਚ ਮਿਲਣ ਤੋਂ ਬਾਅਦ ਬਲੀਡਿੰਗ ਹੋਣਾ ਇੱਕ ਬਹੁਤ ਵੱਡਾ ਸਾਈਨ ਹੈ ਸਰਵਾਈਕਲ ਕੈਂਸਰ ਦਾ। ਜਾਂ ਮਹੀਨੇ ਦੇ ਦਿਨੋਂ ਤੋਂ ਬਿਨਾਂ ਵੀ ਕੋਈ ਵੀ ਬਲੀਡਿੰਗ ਹੋ ਜਾਣਾ, ਉਹ ਸਰਵਾਈਕਲ ਕੈਂਸਰ ਦਾ ਸਾਈਨ ਹੈ। ਜਾਂ ਲੋਅਰ ਐਬਡੋਮਨਲ ਪੇਨ ਜਿਹੜਾ ਕਿਸੇ ਵੀ ਦਵਾਈ ਨਾਲ ਠੀਕ ਹੀ ਨਹੀਂ ਹੋ ਰਿਹਾ, ਪਰਸਿਸਟੈਂਟ ਹੈ, ਉਸ ਦਾ ਹੋਣਾ, ਤਾਂ ਇਹ ਸਾਰੇ ਲੱਛਣ ਹੈ ਸਰਵਾਈਕਲ ਕੈਂਸਰ ਦੇ। ਤੇ ਮੈਮ ਤੁਸੀਂ ਦੱਸਿਆ ਕਿ ਲੱਛਣ ਇਹ ਨੇ ਔਰ ਇਲਾਜ ਡਾਕਟਰ ਹੈ ਇਹ ਸਾਰੀ ਚੀਜ਼ਾਂ ਦਾ। ਅਗਰ ਫਰਸਟ ਸਟੇਜ ਜਾਂ ਇਨੀਸ਼ੀਅਲ ਲੈਵਲ 'ਤੇ ਹੀ ਆਪਾਂ ਚੈੱਕ ਕਰ ਲਈਏ ਤੇ ਬਹੁਤ ਸਾਰੀ ਪ੍ਰੋਬਲਮਸ ਤੋਂ ਆਪਣੇ ਆਪ ਨੂੰ ਅਸੀਂ ਬਚਾ ਸਕਦੇ ਹਾਂ। ਤੇ ਇਹ ਤੇ ਗੱਲ ਹੋਈ ਫੀਮੇਲਸ ਦੇ ਜਿਹੜੇ ਇਸ਼ੂਜ਼ ਹਾਲ ਫਿਲਹਾਲ ਉਹ ਫੇਸ ਕਰ ਰਹੀਆਂ ਨੇ। ਤੇ ਤੁਸੀਂ ਉਸ ਤੋਂ ਇਲਾਵਾ ਵਿਮਨਸ ਡੇ, ਜਿਵੇਂ ਇੱਕ ਆਪਾਂ ਲੈ ਕੇ ਆਏ ਹਾਂ ਧੀਆਂ ਪੰਜਾਬ ਦੀਆਂ ਜੀ ਐਕਟੀਵਿਟੀ, ਤੇ ਤੁਸੀਂ ਲੇਡੀਜ਼ ਨੂੰ, ਫੀਮੇਲਸ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਅਗਰ ਗਰੋਇੰਗ ਅਪ ਏਜ ਦੀ ਗੱਲ ਕੀਤੀ ਜਾਏ ਤੇ ਉਹ ਆਪਣੀ ਲਾਈਫ ਦੇ ਵਿੱਚ ਚੇਂਜਸ ਵੀ ਫੇਸ ਕਰਦੇ ਨੇ, ਲਾਈਕ ਜਦੋਂ ਮੈਨੋਪੌਜ਼ ਦੀ ਸਿਚੁਏਸ਼ਨ ਆ ਜਾਂਦੀ, ਸੋ ਉਹ ਸਿਚੁਏਸ਼ਨ ਨੂੰ ਵੀ ਕਿੱਦਾਂ ਹੈਂਡਲ ਕਰਾਂ? ਮੈਨੋਪੌਜ਼ ਜੋ ਹੈ ਇਹ ਬੜਾ ਇੱਕ ਚੇਂਜ है बॉडी ਦੇ ਵਿੱਚ। फिजिकली भी चेंज हो रही है बॉडी, साइकोलॉजिकली भी चेंज हो रही है, आप फिजिकल स्ट्रेस के अंदर भी हो, इमोशनल मेंटल स्ट्रेस आपकी बॉडी में चल रहे हैं। सो बहुत सारी लेडीज़ ਨੂੰ ਇਸ ट्रांजिशन ਦੇ ਦੌਰਾਨ ਦਿੱਕਤਾਂ ਆਉਂਦੀਆਂ ਨੇ, ਬਟ ਕਈ ਲੇਡੀਜ਼ ਨੂੰ ਬਿਲਕੁਲ ਬਹੁਤ ਸਮੂਥ ट्रांजिशन होती है, कोई भी फ़र्क नहीं पड़ता। ਸੋ ਇਸ ਟਾਈਮ 'ਤੇ ਕੋਈ ਮੂਡ ਸਵਿੰਗਸ ਹੋਣੇ, ਕਈ ਵਾਰ ਤੁਹਾਨੂੰ ਅਚਾਨਕ ਗੁੱਸਾ ਆ ਜਾਂਦਾ ਹੈ, ਕਈ ਵਾਰ ਤੁਹਾਨੂੰ ਅਚਾਨਕ ਥੋੜਾ ਸਾ ਲੋ ਫੀਲ ਹੁੰਦਾ ਹੈ, डिप्रेशन जैसी फीलिंग आती है, तो ये सारे लक्षण हो सकते हैं मीनोपॉज, जब तुसी मीनोपॉज होने वाली है। या कई लोगों को गर्म ठंडे पसीने आते हैं, जिसे हम अपनी लैंग्वेज में हॉट फ्लशेस बोलते हैं, तो वो भी एक सिम्टम हो सकता है मीनोपॉज का। ये ट्रांजिशनरी फेज़ के दौरान कई सिम्टम होते हैं, 6 महीने 1 साल तक रहते हैं, फिर अपने आप ये ठीक हो जाते हैं। अगर ये सिम्टम बहुत सटल हैं, बहुत थोड़े लेवल के हैं, तो आपको ज़्यादा दवाई वगैरह की ज़रूरत नहीं पड़ती। सिंपल आप अपनी मेडिटेशन से भी एक इसमें उपाय हमारा बताया जाता है कि थोड़ा सा कंसंट्रेट करना है, अपने आप पे ध्यान देना है। हाँ जी, थोड़ा जा अपने लिए टाइम आउट रखिए, आप अपने आप को पैम्पर कीजिए, अपनी डॉक्टर से मिलिए, बहुत कुछ मेडिसिन से इसमें हेल्प कर सकती हैं। तो इस तरह से ये ट्रांजिशन को आप और स्मूथ बना सकते हैं। नहीं तो ये कई बार सेल्फ लिमिटिंग होते हैं, 6 से 1 महीने में ये खुद भी सेटल हो जाते हैं, अगर ये आपको ज़्यादा दिक्कत नहीं दे रहे तो। और इसकी एज कुछ है ਅਜਿਹੀ ਮੈਨੋਪੌਜ਼ ਦੇ? मीनोपॉज दी जो एज है, एवरेज एज इंडिया ਦੇ ਵਿੱਚ अराउंड 51 ईयर के अराउंड है, बट एनी टाइम आफ्टर 45 यू आर एलिजिबल फॉर मीनोपॉज। सो Okay. उससे पहले 2-3 साल पेरी मीनोपॉज के चलते हैं, यहाँ पे पीरियड्स थोड़े से इरेगुलर हो जाते हैं, जहाँ हार्मोनल इम्बैलेंस शुरू हो जाता है, जी। अप एंड डाउन शुरू हो जाती है। बट जब एक बार पूरे ही पीरियड बंद हो जाते हैं, हम्म 1 साल तक पीरियड नहीं आता, तो इट मीन्स कि मीनोपॉज हो गई है। और एक और बहुत इम्पॉर्टेंट बात मैं आपको यहाँ बताना चाहूँगी कि अगर पीरियड्स को बंद हुए 12 महीने या 1 साल हो चुका है, जी। फिर आपको कोई भी नीचे से पिंकिश डिस्चार्ज, कोई परसिस्टेंट वजाइनल डिस्चार्ज या कोई भी ब्लीडिंग का एक भी एपिसोड होता है, तो एक वार्निंग साइन होता है कोई बड़ी बीमारी का। तो आपको इमीडिएटली उस टाइम पे डॉक्टर के पास जाना है, उसको इग्नोर नहीं करना है। मतलब इसे पोस्ट मीनोपॉजल ब्लीडिंग कहा जाता है, एंड दिस इज़ अ वेरी वेरी इंपॉर्टेंट साइन फॉर एनीथिंग बिग टू हैपन। ਲਾਈਕ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਧੀਆਂ ਪੰਜਾਬ ਦੀਆਂ, ਤੇ ਧੀਆਂ ਪੰਜਾਬ ਦੀਆਂ ਵੀ ਹੈਪੀ ਰਹਿਣੀ ਚਾਹੀਦੀਆਂ ਨੇ, ਹੈਲਦੀ ਰਹਿਣੀ ਚਾਹੀਦੀਆਂ ਨੇ। ਇਸ ਕਰਕੇ ਤੁਸੀਂ ਆਪਣੀ ਬਹੁਤ ਸਾਰੀ ਟਿਪਸ ਸਾਡੇ ਨਾਲ ਸ਼ੇਅਰ ਕੀਤੀਆਂ, ਤੇ ਅਸੀਂ ਥੈਂਕਸ ਕਰਨੇ ਆ ਤੁਹਾਡੇ ਨਾਲ ਡਾਕਟਰ श्वेता गुप्ता, जो कि मैक्स सुपर स्पेशलिटी हॉस्पिटल तो ऑब्स्ट्रिशियन एंड गायनोकोलॉजिस्ट हमारे साथ जुड़े हैं। थैंक यू सो मच मैम। थैंक यू गीत, थैंक यू। रेडियो पंजाब 90.0 टशन पंजाबी, जशन पंजाबी।